ਜਿਹੜੀ ਧੀ ਕਦੇ ਆਈਸੀਯੂ 'ਚ ਲੜ ਰਹੀ ਸੀ ਜ਼ਿੰਦਗੀ ਤੇ ਮੌਤ ਦੀ ਜੰਗ, ਹੁਣ ਉਹ ਡਾਕਟਰ ਬਣ ਕਰੇਗੀ ਮਰੀਜ਼ਾਂ ਦਾ ਇਲਾਜ। ਕਿਡਨੀ ਤਾਂ ਦੇਖੋ, ਕਿਡਨੀ ਜਦੋਂ ਦੇ ਦਿੱਤੀ ਇਹਨੂੰ, ਮੈਂ ਮਾਵਾਂ ਤਾਂ ਆਪਣਾ ਸਭ ਕੁਝ ਦੇ ਦਿੰਦੀਆਂ ਬੱਚਿਆਂ ਨੂੰ, ਕੁੜੀਆਂ ਨੂੰ ਤਾਂ ਖਾਸ ਕਰਕੇ। ਜਦੋਂ ਇਹਨੂੰ ਕਿਡਨੀ ਦੇ ਦਿੱਤੀ, ਅੱਗੋਂ ਇਹਨੇ ਆਪਣਾ ਜਿੱਦਾਂ ਇਹਦਾ ਲਾਈਫ ਦਾ ਸੁਪਨਾ ਸੀ ਨਾ, ਇਹਨੇ ਪੂਰਾ ਇਦਾਂ ਕੀਤਾ ਨਾ ਕਿ ਸੈਕਿੰਡ ਵਾਰ ਨੀਟ ਕਲੀਅਰ ਕਰਕੇ ਬਹੁਤ ਅੱਛਾ ਰੈਂਕ ਲੈ ਕੇ ਆਈ ਇਹ। ਹੁਸ਼ਿਆਰਪੁਰ ਦੀ ਰਾਧਿਕਾ ਨੇ ਦੂਜੀ ਵਾਰ ਨੀਟ ਦਾ ਇਮਤਿਹਾਨ ਪਾਸ ਕੀਤਾ ਹੈ। ਖਾਸ ਗੱਲ ਇਹ ਹੈ ਕਿ ਦੂਜਾ ਟੈਸਟ ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ ਪਾਸ ਕੀਤਾ। ਮੈਂ ਤਾਂ ਦੱਸ ਕੋਈ ਸ਼ਬਦ ਹੀ ਨਹੀਂ ਹੈਗੇ, ਬਹੁਤ ਪ੍ਰਾਊਡ, ਬਹੁਤ ਜ਼ਿਆਦਾ ਪ੍ਰਾਊਡ। ਮਾਤਾ ਰਾਣੀ ਨੂੰ ਇੰਨੀ ਹਿੰਮਤ ਦੇਵੇ ਔਰ ਉਹਨਾਂ ਸਟਰੋਂਗ ਸਾਰੇ ਦੀ ਬਲੇਸਿੰਗ। ਮੈਂ ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦੀ, ਬਸ ਮੇਰੀ ਬੇਟੀ ਨੂੰ ਬਲੇਸਿੰਗ ਦਿਓ, ਇੰਨੀਆਂ ਬਲੇਸਿੰਗ ਦਿਓ ਕਿ ਅੱਛਾ ਡਾਕਟਰ ਬਣ ਕੇ ਨਿਕਲੇ। ਸਾਰਿਆਂ ਨੂੰ ਬਸ ਬਲੇਸਿੰਗ ਦਿਓ। ਮਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਰਾਧਿਕਾ ਨੂੰ ਆਪਣੀ ਕਿਡਨੀ ਦੇ ਕੇ नवा जीवन दान दिता। मदर्स बहुत स्पेशल होती हैं। मदर्स के अलावा हो ही नहीं सकता कोई मदर्स जैसा, और मेरी शुरू से ही मम्मा से ज़्यादा अटैचमेंट है पूरी फैमिली से। राधिका दी कामयाबी ते परिवार ते रिश्तेदार पब्बा पार ने। हमारी खोसला परिवार की नातिन राधिका नरूला ने न केवल नरूला परिवार का बल्कि खोसला परिवार का और बख्शी परिवार का नाम रोशन किया है। दिस वॉज वेरी इंस्पायरिंग। मैं एक क्लास 11 स्टूडेंट हूँ, तो मेरे लिए काफ़ी इंस्पायरिंग और मोटिवेटिंग है, और मैं उनको एज अ रोल मॉडल देखती हूँ। ਸਾਡੇ ਨਾਲ ਰੁਚੀ ਨਰੂਲਾ ਨੇ ਤੇ ਉਹਨਾਂ ਦੀ ਬੇਟੀ ਰਾਧਿਕਾ ਨਰੂਲਾ ਹੈ। ਦੂਸਰੀ ਵਾਰ ਨੀਟ ਤੁਸੀਂ ਕਰ ਲਿਆ, ਕਿਡਨੀ ਦੇਣੀ ਪਈ, ਇਹ ਆਖਿਰ ਸਫ਼ਰ ਕਿੱਦਾਂ ਦਾ ਰਿਹਾ? ਹੁਣ ਤੁਹਾਨੂੰ ਸੀਟ ਮਿਲ गई है। हाँ जी, सफ़र मेरा अच्छा रहा। बीच में बहुत डिफ़िकल्टीज़ आई। पहले हम जैसे सर्जरी के बाद काफ़ी देर में आइसोलेशन में रही, तो वो बहुत ज़्यादा डिप्रेसिंग मोमेंट था। और अभी फ़िलहाल मुझे प्राइवेट सीट मिली है SGRD अमृतसर। अब आई रियली विश कि थोड़ी सी अगर मैंने मेहनत की होती या फिर थोड़ा सा मुझे सपोर्ट मिला होता, जैसे टीचर्स का, या फिर मैं कोचिंग ली होती, तो मुझे बेटर सीट विद बेटर मार्क्स मिल सकते थे। बट आई एम रियली हैप्पी कि हाँ, एक तो मुझे सेकेंड लाइफ मिली है मेरी मम्मा के कारण, और उसमें भी आई विल बी एबल टू कंप्लीट माई ड्रीम्स। बिल्कुल, ਤੁਹਾਡੀ ਮਦਰ ਨੇ ਤੁਹਾਨੂੰ ਦੋ ਵਾਰ ਜਨਮ ਦੇ ਦਿੱਤਾ, ਇੱਕ ਤਰੀਕੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ। हाँ जी, मेरी मम्मा, बस मेरे पास शब्द ही नहीं उनके लिए कहने के लिए। मेरा जब हमारी ये 1 साल हुआ था मेरी सर्जरी को, तब मेरी मम्मा ने मेरा सेकंड बर्थडे भी मनाया था। हमने 23 सितंबर को फिर से मेरा बर्थडे मनाया था, केक लाए थे, केक कट किया था। तो बस मेरी मम्मा मेरे लिए सब कुछ है फ़िलहाल। ਬਿਲਕੁਲ, ਅਸੀਂ ਜ਼ਿਆਦਾਤਰ ਸੁਣਦੇ ਹਾਂ ਕਿ ਬੇਟੀਆਂ ਆਪਣੀ ਮਦਰ ਨੂੰ ਕਿਡਨੀ ਦਿੰਦੀ ਹੈ, ਪਰ ਤੁਸੀਂ ਇਹਨਾਂ ਨੂੰ ਕਿਡਨੀ ਦਿੱਤੀ। ਇਹਨਾਂ ਦਾ ਸੁਪਨਾ ਜੋ ਕਿ ਡਾਕਟਰ ਬਣਨ ਦਾ ਹੈ, ਉਹ ਹੁਣ ਬਹੁਤ ਅੱਗੇ ਆ ਚੁੱਕਿਆ ਹੈ। ਹੁਣ ਸੀਟ ਮਿਲ ਗਈ ਹੈ, ਸਭ ਕੁਝ ਹੋ ਗਿਆ। ਨੀਟ ਇੱਕ ਵਾਰ ਕਲੀਅਰ ਕਰਨਾ ਵੀ ਬਹੁਤ ਮੁਸ਼ਕਿਲ ਹੈ। ਕਿੱਦਾਂ ਤੁਹਾਨੂੰ ਲੱਗਿਆ ਕਿ ਤੁਹਾਨੂੰ ਕਿਡਨੀ ਇਹਨਾਂ ਨੂੰ ਦੇਣੀ ਚਾਹੀਦੀ ਹੈ? ਮੈਨੂੰ ਤਾਂ ਇਹ ਪਤਾ ਹੈ ਕਿ ਮਾਂ ਦੀ ਕਿਰਪਾ ਹੋਈ ਆ, ਮਾਤਾ ਰਾਣੀ ਤੇ ਬਹੁਤ ਵਿਸ਼ਵਾਸ ਆ ਸਾਡਾ। ਮਾਂ ਨੇ ਹੀ ਹੌਸਲਾ ਮੈਨੂੰ ਦਿੱਤਾ, ਮਾਂ ਨੇ ਹਿੰਮਤ ਦਿੱਤੀ, ਉਹਦੀ ਕਿਰਪਾ ਦੇ ਨਾਲ ਮੇਰੀ ਵੀ ਹਿੰਮਤ ਜਾਗੀ, ਇਹਦੀ ਹਿੰਮਤ ਵੀ ਬਣੀ। ਕਿਡਨੀ ਤਾਂ ਦੇਖੋ, ਕਿਡਨੀ ਜਦੋਂ ਦੇ ਦਿੱਤੀ ਇਹਨੂੰ, ਮਾਵਾਂ ਤਾਂ ਆਪਣਾ ਸਭ ਕੁਝ ਦੇ ਦਿੰਦੀਆਂ ਬੱਚਿਆਂ ਨੂੰ, ਕੁੜੀਆਂ ਨੂੰ ਤਾਂ ਖਾਸ ਕਰਕੇ। ਜਦੋਂ ਇਹਨੂੰ ਕਿਡਨੀ ਦੇ ਦਿੱਤੀ, ਅੱਗੋਂ ਇਹਨੇ ਆਪਣਾ ਜਿੱਦਾਂ ਇਹਦਾ ਲਾਈਫ ਦਾ ਸੁਪਨਾ ਸੀ ਨਾ, ਇਹਨੇ ਪੂਰਾ ਇੱਦਾਂ ਕੀਤਾ ਨਾ ਕਿ ਸੈਕਿੰਡ ਵਾਰ ਨੀਟ ਕਲੀਅਰ ਕਰਕੇ ਬਹੁਤ ਅੱਛਾ ਰੈਂਕ ਲੈ ਕੇ ਆਈ ਇਹ। ਤੇ ਬਿਨਾਂ ਕਿਸੇ ਕੋਚਿੰਗ ਤੋਂ, ਬਿਨਾਂ ਕਿਸੇ ਦੇ ਪੜ੍ਹਾਏ, ਬਿਨਾਂ ਇੱਕ ਕਮਰੇ ਵਿੱਚ ਬੰਦ ਹੋ ਕੇ, ਇਹ ਆਪਣੇ ਆਪ ਆਪਣੀ ਹਿੰਮਤ ਨਾਲ ਪੜ੍ਹ ਕੇ ਇਹਨੇ ਕਿਹਾ, ਮੰਮਾ ਮੈਂ ਨੀਟ ਦਾ ਪੇਪਰ ਦੇਣਾ। ਮੈਂ ਕਿਹਾ, ਬੇਟੇ ਤੂੰ ਤਾਂ ਇਸ ਵਾਰ ਕੋਈ ਤਿਆਰੀ ਨਹੀਂ, ਕੋਈ ਕੋਚਿੰਗ ਨਹੀਂ, ਕਿੱਦਾਂ ਕਰੇਂਗੀ? ਔਰ ਸਭ ਤੋਂ ਵੱਡੀ ਟੈਨਸ਼ਨ ਇਹ ਸੀ ਕਿ ਇਹਦਾ BP ਬੜੀ ਜਲਦੀ ਵੱਧ ਜਾਂਦਾ ਸੀ। ਮੈਨੂੰ ਟੈਨਸ਼ਨ ਸੀ, ਹਾਏ ਜਦੋਂ ਪੇਪਰ ਦਊਗੀ 6 ਮਹੀਨੇ ਅੰਦਰ ਆ, ਯਕਦਮ ਨੀਟ ਦਾ ਪੇਪਰ ਮੈਂ ਬਾਹਰ ਕੱਢੂੰਗੀ, ਪੇਪਰ ਦੇਣ ਜਾਊਂਗੀ, ਕਿੱਦਾਂ ਦੇਣ ਜਾਊਗੀ? ਬਸ ਮੈਨੂੰ ਬਹੁਤ ਟੈਨਸ਼ਨ ਸੀ। ਪਰ ਜਦੋਂ ਇਹਨੇ ਪੇਪਰ ਦੇ ਕੇ ਇਹ ਆਈ, ਆ ਕੇ ਕਹਿੰਦੀ, ਮੰਮਾ ਮੈਨੂੰ ਲੱਗਦਾ
ਮਤਲਬ ਕਿ ਆ ਕੇ ਲੇਟ ਗਈ। ਮੇਰਾ ਮਨ ਬੜਾ ਅਪਸੈਟ ਹੋਇਆ, ਹਾਏ ਪੇਪਰ ਠੀਕ ਹੋਇਆ ਕਿ ਨਹੀਂ, ਨਾ ਮੈਂ ਇਹਦੇ ਕੋਲ ਕੋਈ ਪੁੱਛਿਆ ਨਾ ਮੈਂ ਕੋਈ ਵਾਸਤਾ, ਮੈਨੂੰ ਟੈਨਸ਼ਨ ਬਹੁਤ ਸੀ। ਥੋੜ੍ਹੇ ਦਿਨਾਂ ਬਾਅਦ ਜਦੋਂ ਨੀਟ ਦਾ ਰਿਜ਼ਲਟ ਆਇਆ, ਮੇਰੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਕਿ ਮੇਰੀ ਬੇਟੀ ਨੇ ਬਿਨਾਂ ਕਿਸੇ ਦੀ ਹੈਲਪ ਤੋਂ, ਬਿਨਾਂ ਕਿਸੇ ਕੋਚਿੰਗ ਤੋਂ ਇੰਨੇ ਅੱਛੇ ਨੰਬਰ ਲੈ ਕੇ ਇਹਨੇ ਮਾਂ ਪਿਓ ਦਾ ਨਾਮ ਰੋਸ਼ਨ ਕਰ ਦਿੱਤਾ। ਫਿਰ ਬਾਅਦ ਵਿੱਚ ਜਦੋਂ ਇਹਨੂੰ ਸੀਟ ਮਿਲੀ, ਪ੍ਰਾਈਵੇਟ ਸੀਟ ਮਿਲੀ ਇਹਨੂੰ, ਪਰ ਮੈਨੂੰ ਪੂਰੀ ਉਮੀਦ ਆ ਕਿ ਜੇ ਅਸੀਂ ਆਪਣੇ ਬੱਚਿਆਂ ਦਾ ਇੱਦਾਂ ਹੌਸਲਾ ਵਧਾਈਏ, ਪੇਰੈਂਟਸ ਤੇ ਬੱਚੀਆਂ ਕੁੜੀਆਂ ਵੀ ਮਤਲਬ ਕਿ ਜੋ ਕਹਿ ਕੇ ਦਿਖਾਉਂਦੇ, ਜੋ ਉਹਦਾ ਜਜ਼ਬਾ ਇਹਨੇ ਕਰਕੇ ਦਿਖਾਇਆ ਵਾ ਕਿ ਜੇ ਇਹਨੇ ਠਾਣ ਲਿਆ ਸੀ ਨਾ, ਉਹਨੇ ਕਰਕੇ ਦਿਖਾਇਆ ਵਾ। ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਆਪਣੀ ਬੇਟੀ ਲਈ। ਬਸ ਅੱਗੋਂ ਇਹ ਅੱਛੇ ਡਾਕਟਰ ਬਣੇ, ਇਹ ਆਪਣੇ ਜ਼ਿਲ੍ਹੇ ਦਾ, ਆਪਣੇ ਸ਼ਹਿਰ ਦਾ, ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੇ, ਪਰਮਾਤਮਾ ਨੂੰ ਇੰਨੀ ਉੱਚੀ ਪਦਵੀ 'ਤੇ ਲੈ ਕੇ ਜਾਏ ਕਿ ਜੇ ਅੱਜ ਮੈਂ ਇੱਦਾਂ ਇੰਟਰਵਿਊ ਦੇਣੀ ਆ, ਅੱਗੋਂ ਇੱਦਾਂ ਦੀ ਇੰਟਰਵਿਊ ਹੋਵੇ ਕਿ ਮੈਂ ਖੁਦ ਕਰਾਂ ਕਿ ਮੈਂ ਅੱਜ ਤੋਂ ਇੰਨੇ ਸਾਲ ਪਹਿਲਾਂ ਇੰਟਰਵਿਊ ਦਿੱਤੀ ਸੀ, ਮੇਰਾ ਬੇਟਾ ਅੱਛਾ ਡਾਕਟਰ ਬਣ ਕੇ ਬਸ ਬਾਤ ਮਾਤਾ ਦੀ ਬਿਲਕੁਲ ਬਿਲकुल बहुत ਕਹਿਣਾ ਬਹੁਤ ਆਸਾਨ ਹੈ ਟ੍ਰਾਂਸਪਲਾਂਟ, ਪਰ ਬਹੁਤ ਲੰਬਾ ਪ੍ਰੋਸੀਜਰ ਹੁੰਦਾ ਉਸ ਦੌਰਾਨ ਪੜ੍ਹਾਈ ਵੀ ਕਰਨਾ। ਤੁਹਾਨੂੰ ਪਤਾ ਕਿੱਦਾਂ ਲੱਗਿਆ ਕਿ ਇਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ? ਜਦੋਂ ਨੀਟ ਦਾ ਰਿਜ਼ਲਟ ਆ ਚੁੱਕਿਆ ਸੀ ਜਾਂ ਆਣਾ ਸੀ? ਨੀਟ ਦਾ ਰਿਜ਼ਲਟ ਆਉਣਾ ਸੀ, ਨੀਟ ਦੇ ਨੇ ਐਗਜ਼ਾਮ ਦੇ ਦਿੱਤੇ ਸੀ। ਐਕਚੁਅਲੀ ਨੀਟ ਦੇ ਐਗਜ਼ਾਮ ਦੇਣ ਲੱਗੇ ਰਾਤ ਨੂੰ ਪੜ੍ਹਦੀ ਹੁੰਦੀ ਸੀ। ਇਹਨੇ ਸਵੇਰੇ ਇੱਕ ਦਿਨ ਮੈਨੂੰ ਉੱਦੇ ਕਿਹਾ, ਮੰਮਾ ਮੇਰਾ ਸਿਰ ਬੜਾ ਦੁਖਦਾ ਪਿਆ ਵਾ। ਮੈਂ ਕਿਹਾ ਤੂੰ ਪੇਪਰ ਦੀ ਤਿਆਰੀ ਕਰਦੀ ਰਹੀ ਨਾ, ਨੀਟ ਦਾ ਪੇਪਰ ਦੇ ਕੇ ਅਜੇ ਮਹੀਨਾ ਹੀ ਹੋਇਆ ਸੀ, ਤੇ ਮੈਂ ਕਿਹਾ ਤੂੰ ਪੇਪਰ ਤਿਆਰੀ ਕਰਦੀ ਰਹੀ ਨਾ, ਤੇ ਤਾਂ ਮੈਂ ਤੇਰਾ ਮਤਲਬ ਕਿ ਸਿਰ ਦਿਖਾ ਦਿੰਦੀ ਕਿਸੇ ਨੂੰ, ਅੱਖਾਂ ਦਿਖਾ ਦਿੰਦੀ, ਚੈੱਕ ਕਰਾ ਦਿੰਦੀ। ਮੈਂ ਤਾਂ ਆਈਜ਼ ਹਸਪੀਟਲ ਸਿਰਫ ਇਹਦੀ ਆਈਜ਼ ਦਿਖਾਉਣ ਗਈ ਸੀ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਇਹਦਾ BP ਐਡਾ ਵਧਿਆ ਹੋਇਆ ਵਾ। BP ਤੋਂ ਉਹਨਾਂ ਨੇ ਕਿਸੇ ਹੋਰ ਡਾਕਟਰ ਤੋਂ ਭੇਜਤਾ। ਉਹ ਇੱਦਾਂ ਪ੍ਰੋਸੀਜਰ ਵੱਧਦੇ ਜਦੋਂ ਪਤਾ ਲੱਗਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਕਹਿੰਦੇ ਨਾ ਤਾਂ ਕਿਡਨੀਆਂ ਹੀ ਸਾਰੀਆਂ ਡੈਮੇਜ ਹੋ ਗਈਆਂ ਹੋਈਆਂ ਵਾ। ਔਰ ਮੇਰਾ, ਤੁਸੀਂ ਮੰਨਦੇ ਨਹੀਂ ਹੋਗੇ, ਉਸ ਟਾਈਮ ਇੱਦਾਂ ਦੀ ਕੰਡੀਸ਼ਨ ਸੀ ਨਾ, ਦੁਨੀਆ 'ਚ ਰੱਬ ਕਿਸੇ ਦੀ ਮਾਂ ਦੇ ਨਾਲ ਇੱਦਾਂ ਨਾ ਕਰੇ ਕਿ ਇੱਕ ਪਾਸੇ ਮੇਰੀ ਬੱਚੀ ਦੀ ਖੁਸ਼ੀ ਮੇਰੇ ਮੋਹਰੇ ਸੀ, ਇੱਕ ਪਾਸੇ ਐਡਾ ਵੱਡਾ ਗਮ ਸੀ ਕਿ ਉਹਨੂੰ ਇੰਨੀ ਵੱਡੀ ਪ੍ਰੋਬਲਮ ਲੱਗ ਗਈ ਆ। ਔਰ ਸੀਟ ਪਹਿਲਾਂ ਵੀ ਇਹਨੂੰ ਸੀਟ ਮਿਲ ਚੁੱਕੀ ਸੀ ਉਹ ਦੇਸ਼ ਵਿੱਚ, ਫਿਰ ਮੈਨੂੰ ਕੈਂਸਲ ਕਰਨੀ ਪਈ ਕਿਉਂਕਿ ਮਾਹੌਲ ਹੀ ਇੱਦਾਂ ਦਾ ਛਾ ਗਿਆ ਸੀਗਾ ਕਿ ਮੈਂ ਉਸ ਟਾਈਮ ਸੀਟ ਨੂੰ ਕੀ ਕਰਦੀ, ਮੈਨੂੰ ਆਪਣੀ ਬੇਟੀ ਚਾਹੀਦੀ ਸੀਗੀ। ਫਿਰ ਵੀ ਜਿੱਦਾਂ ਇਹਨੇ ਠਾਣ ਲਿਆ ਕਿ ਹਾਂ ਵੀ ਜੇ ਇੰਨੇ ਔਖੇ ਟਾਈਮ 'ਚੋਂ ਨਿਕਲੇ ਆ, ਤੇ ਉਹ ਤੋਂ ਇੰਨਾ ਔਖਾ ਹੋਇਆ ਸਾਡੇ ਨਾਲ ਕਿ ਜਦੋਂ ਆਪਰੇਸ਼ਨ ਹੋ ਕੇ ਹਟਿਆ, ਸਤੰਬਰ 'ਚ ਆਪਰੇਸ਼ਨ ਹੋਇਆ, ਮਾਰਚ ਵਿੱਚ ਮੇਰੀ ਮਦਰ ਇਨ ਲਾਅ ਦੀ ਡੈਥ ਹੋ ਗਈ। ਹਜੇ ਤਾਂ ਮੈਂ ਵੀ ਸਟੇਬਲ ਨਹੀਂ ਹੋਈ ਸੀ ਆਪਣੇ ਆਪ ਉੱਤੇ, ਆਪਣੇ ਉੱਪਰ। ਮੇਰੀ ਮਦਰ ਇਨ ਲਾਅ ਦੀ ਡੈਥ ਹੋ ਗਈ, ਯਾਨੀ ਕਿ ਮਾਹੌਲ ਇੰਨਾ ਖਰਾਬ ਹੋ ਗਿਆ ਸੀ, ਤੁਹਾਨੂੰ ਦੱਸ ਨਹੀਂ ਸਕਦੇ। ਉਹਦੇ ਵਿੱਚ ਇਹਨੇ ਉਹੀ ਸੀ ਮਾਹੌਲ ਵਿੱਚ ਇਸ ਕੁੜੀ ਦਾ ਜਜ਼ਬਾ ਵਾ ਕਿ ਇੰਨਾ ਕ੍ਰਿਟੀਕਲ ਮਾਹੌਲ ਦੇ ਹੋਣ ਦੇ ਬਾਵਜੂਦ ਇਹਨੇ ਪੜ੍ਹਾਈ ਆਪਣੀ ਇਕੱਲੇ ਆਪਣੇ ਬੇਸ 'ਤੇ, ਆਪਣੇ ਦਮ 'ਤੇ ਪੜ੍ਹ ਕੇ ਅੱਗੇ ਨਿਕਲੀ ਆ। ਮੈਨੂੰ ਇੰਨਾ ਪ੍ਰਾਊਡ ਆ ਕਿ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਆਪਣੇ ਬੱਚੇ ਲਈ। ਬਿਲਕੁਲ, ਇਹ ਇੱਕ ਅਜੀਬੋ-ਗਰੀਬ ਜੀ ਇੰਨੀ ਪੋਜ਼ਿਟਿਵ ਸਟੋਰੀ ਹੈ ਕਿ ਤੁਹਾਨੂੰ ਕਦੋਂ ਲੱਗਿਆ? ਜਦੋਂ ਟ੍ਰਾਂਸਪਲਾਂਟ ਤੋਂ ਬਾਅਦ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ, ਤੁਸੀਂ ਬਾਹਰ ਆ ਜਾ ਨਹੀਂ ਸਕਦੇ, 6 ਮਹੀਨੇ ਤਾਂ ਟੋਟਲੀ ਤੁਹਾਨੂੰ ਬੈੱਡ 'ਤੇ ਹੀ ਰਹਿਣਾ ਪੈਂਦਾ ਹੈ। ਤੁਹਾਨੂੰ ਕਦੋਂ ਲੱਗਿਆ कि मैं दूसरी बार भी कर सकती हूँ? एग्जैक्टली 6 महीने ऑलमोस्ट निकल चुके थे। उसके बाद अचानक से जैसे नीट की डेट आ गई थी, एक नोटिफिकेशन आया था मेरे फ़ोन पे कि 100 days आर लेफ्ट फॉर नीट, वट टू डू नाउ, है ना। तो उसके बाद ही मेरा अचानक से स्ट्राइक किया कि हाँ अभी भी 100 days हैं, मैं ट्राई करके देख सकती हूँ। फिर वो 100 days में मैंने अपनी पूरी जान लगा दी जितनी मैं लगा सकती थी। और एक और होता था कि हाँ अगर मैं थोड़ा सा भी स्ट्रेस ले लेती तो मेरा हेडेक फिर से हो जाता था, फिर मुझे होता था मम्मा को टेंशन ना हो जाए। तो वो भी बहुत डिफ़िकल्ट था मैनेज करना कि हाँ मैं अपने आप को एग्जॉस्ट ना कर लूँ ज़्यादा। और बाद में वो शेड्यूल भी बुरे से थे कि दवाई इसी टाइम पे खानी है, सोना इसी टाइम पे है, क्योंकि मेरी एक मेडिसिन है वो मुझे 9 बजे खानी है, तो उसके 1 घंटे आगे और 1 घंटे पीछे कुछ नहीं खाना। तो ब्रेकफास्ट 8 बजे 8 बजे से पहले करना पड़ता था। तो वो बहुत बुरा होता था। रात को लेट नाइट अगर सो रहे हो तुम, 2-3 बज रहे हैं, सुबह 8 बजे उठना पड़ रहा है, ब्रेकफास्ट करना पड़ रहा है, तो वो बहुत एग्जॉस्टिंग होता था। तो मेरा स्लीप शेड्यूल बहुत ख़राब रहा है लास्ट के 3 मंथ्स में। ਬਿਲਕੁਲ ਇੱਕ ਸਟ੍ਰਾਈਕ ਚੀਜ਼ ਕਰਨੀ ਹੁੰਦੀ ਹੈ, ਜਿੱਦਾਂ ਅਸੀਂ ਤੁਹਾਡੇ ਕਮਰੇ 'ਚ ਵੀ ਦੇਖਿਆ, ਤੁਸੀਂ ਬਹੁਤ ਸਾਰੇ ਕੋਟ ਲਗਾਏ ਆ। ਕੋਈ ਕਿਸੇ ਕੋਟ ਨੇ ਤੁਹਾਨੂੰ ਸਟ੍ਰਾਈਕ ਕੀਤਾ कि नहीं ਹੁਣ ਹੋ ਸਕਦਾ है? हाँ एग्जैक्टली एक इंस्टाग्राम रील थी, उसमें एक लड़की लाइक ऐसे ही एक्सप्लेन कर रही थी कि हाँ तुम एक 5 साल का कोर्स इसीलिए नहीं कर रहे हो क्योंकि अभी तुम 20 साल के हो, जब वो कोर्स ख़त्म होगा तब तुम 25 साल के हो जाओगे। फिर वो एग्जैक्टली मैं रिलेट कर पा रही थी कि हाँ अभी फ़िलहाल मैं 20 साल की हूँ, अगर मैंने MBBS करनी शुरू की तो वो 5 साल निकल के मैं 25 साल की हो जाऊँगी। फिर वो सोचते हैं हाँ ये तो बहुत बड़ी होगी मैं, और सभी मेरे से आगे निकल चुके हैं जो मेरे बैचमेट्स थे। एंड देन इट इज़ लाइक कि कम से कम वो 5 साल बाद तुमने वो तो किया जो तुम खुशी, जिसमें तुम्हें खुशी है। बस वही मेरी सबसे बड़ी मोटिवेशन थी कि जितना मर्जी टाइम निकल जाए करो वो जिसमें तुम बाकी अपनी सारी लाइफ खुश रहो।
ਬਿਲਕੁਲ ਇਸ ਦੌਰਾਨ ਸਟੱਡੀ ਲਈ ਬਾਹਰ ਵੀ ਨਹੀਂ ਜਾ ਸਕੇ ਤੁਸੀਂ ਕਿਤੇ? हाँ जी। मैंने यूजुअली यूट्यूब वीडियोस जो ऑनलाइन अवेलेबल होती हैं वो देखी, सेल्फ स्टडी की है सिर्फ। ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਜਦੋਂ ਕਿ ਟ੍ਰਾਂਸਪਲਾਂਟ ਹੋ ਚੁੱਕਿਆ ਹੈ, ਇੰਨਾ ਵੱਡਾ ਕ੍ਰਿਟੀਕਲ ਆਪਰੇਸ਼ਨ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਪੜ੍ਹਾਈ ਹੋ ਰਹੀ ਹੈ, ਨੀਟ ਦਿੱਤਾ ਜਾ ਸਕਦਾ ਹੈ, ਤੁਹਾਨੂੰ ਕਦੋਂ ਪਤਾ ਲੱਗਿਆ? ਮੈਨੂੰ ਵੀ ਤੁਸੀਂ ਮੰਨੋਗੇ ਇੰਨੇ ਤਾਂ 100 ਡੇਜ਼, ਮੈਨੂੰ ਤਾਂ ਸਿਰਫ 1 ਮੰਥ ਰਹਿ ਗਿਆ ਸੀ ਜਦੋਂ ਇਹ ਬੈਠੀ ਨਾ, ਇਹ ਮੈਨੂੰ ਕਹਿੰਦੀ ਸੀ ਮੰਮਾ ਮੈਂ ਡਰਾਇੰਗ ਕਰਨੀ, ਫ੍ਰੀ ਬੈਠੇ ਮੈਂ ਇੱਦਾਂ ਕਰਨਾ। ਇੱਕ ਦਿਨ ਬੈਠੀ, ਮੈਂ ਕਿਹਾ ਹਾਏ 2-3 ਘੰਟੇ ਹੋ ਗਏ ਪੜ੍ਹੀ ਜਾਂਦੀ। ਮੈਂ ਕਿਹਾ ਬੇਟੇ ਤੂੰ ਕਿਆ ਕਰ ਰਹੀ ਹੈ? ਕਹਿੰਦੀ ਮੰਮਾ ਕੁਝ। ਮੈਂ ਕਿਹਾ ਬੇਟੇ ਤੂੰ ਇੰਨਾ ਸਟ੍ਰੈਸ ਨਾ ਬਣ, ਕੀ ਕਿਹੜਾ ਨੋਵਲ ਪੜ੍ਹਦੀ ਪਈ? ਮੈਨੂੰ ਤਾਂ ਬਿਲਕੁਲ ਨਹੀਂ ਪਤਾ ਸੀ ਨੀਟ ਦੀ ਤਿਆਰੀ ਹੁੰਦੀ ਪਈ ਆ। ਤੇ ਕਹਿੰਦੀ ਮੰਮਾ ਮੈਂ ਕੁਛ ਇੱਦਾਂ ਕੋਈ ਕਿਤਾਬ ਪੜ੍ਹੀ। ਮੈਂ ਆਪਣੀ ਛੋਟੀ ਬੇਟੀ ਨੂੰ ਪੁੱਛਿਆ, ਛੋਟੀ ਬੇਟੀ ਮੇਰੀ ਹੈਗੀ ਹਰਸ਼ਿਤਾ, ਉਹ ਵੀ 10th 'ਚ ਪੜ੍ਹਦੀ ਹੈ, ਉਹੀ ਇਹਦੇ ਕਮਰੇ 'ਚ ਖਾਣਾ ਖੂਣਾ ਉਹੀ ਪਹੁੰਚਾਉਂਦੀ ਹੁੰਦੀ ਸੀ। ਮੈਂ ਕਿਹਾ ਬੇਟੇ ਜਾ ਕੇ ਦੇਖੀ ਦੀਦੀ ਕਰਦੀ ਕੀ ਪਈ। ਉਹ ਅੰਦਰ ਗਈ, ਕਹਿੰਦੀ ਮੰਮਾ ਦੀਦੀ ਨਾ ਕੋਈ ਕਿਤਾਬ ਆ, ਕੋਈ ਕਿਤਾਬ ਪੜ੍ਹਦੀ ਪਈ ਆ, ਸ਼ਾਇਦ ਮੈਨੂੰ ਲੱਗਦਾ ਜਿਹੜੀ ਪਹਿਲੇ ਨਹੀਂ ਕਿਤਾਬਾਂ ਪੜ੍ਹਦੀ ਸੀ ਉਹੀ ਕਿਤਾਬ ਆ। ਮੈਨੂੰ ਪੁੱਛਿਆ ਬੇਟਾ ਤੂੰ ਕੀ ਕਿਤਾਬ ਪੜ੍ਹਦੀ ਹੈ? ਇਹ ਕਹਿੰਦੀ ਮੰਮਾ ਪਲੀਜ਼ ਤੰਗ ਮਤ ਕਰੋ ਪਲੀਜ਼। ਮੈਂ ਫਿਰ ਇਹਨੂੰ ਜ਼ਿਆਦਾ ਮਤਲਬ ਕਿ ਡਿਪਰੈਸ਼ਨ ਟੈਨਸ਼ਨ ਨਹੀਂ ਦਿੰਦੀ ਸੀ, ਮੈਂ ਆਪਣੇ 'ਚ ਮਸਤ ਸੀ। ਈਵਨ ਤੁਸੀਂ ਸੁਣ ਕੇ ਹੈਰਾਨ ਹੋ ਗਏ, ਮੈਨੂੰ ਖੁਦ ਨੂੰ ਮਾਂ ਹੋ ਕੇ ਮੈਨੂੰ ਖੁਦ ਨੂੰ 20-22 ਦਿਨ ਪਹਿਲੇ ਪਤਾ ਲੱਗਿਆ ਕਿ ਨੀਟ ਦੀ ਤਿਆਰੀ ਕਰਦੀ ਪਈ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਮੈਨੂੰ ਤਾਂ ਪੇਪਰ ਦਾ ਵੀ ਨਹੀਂ ਪਤਾ ਸੀ, ਨੀਟ ਦਾ ਵੀ ਨਹੀਂ ਪਤਾ ਸੀਗਾ। ਮੇਰੇ ਸਾਰੇ ਰਿਲੇਟਿਵਸ ਮੈਨੂੰ ਪੁੱਛਦੇ ਸੀ ਬੇਟੇ ਨੇ ਕੀ ਕਰਨਾ। ਮੈਂ ਕਿਹਾ ਹਜੇ ਤਾਂ ਅੰਦਰ ਕਮਰੇ 'ਚ, ਹਜੇ ਤਾਂ ਮੈਨੂੰ ਆਪ ਨੂੰ ਨਹੀਂ ਪਤਾ। ਜਦੋਂ ਇਹਨੇ ਇਗਜ਼ਾਮ ਦੇ ਦਿੱਤਾ, ਈਵਨ ਤੁਸੀਂ ਮੰਨਦੇ ਨਾ ਹੋਗੇ ਕਿ ਮੈਨੂੰ ਦੂਸਰੀ ਟੈਨਸ਼ਨ ਇਹ ਸੀ ਕਿ ਜੇ ਇਗਜ਼ਾਮ ਤਾਂ ਇਹ ਦੇਣ ਲੱਗੀ ਹੈ, ਬਾਈ ਚਾਂਸ ਉਹਨਾਂ ਦੇ ਕੋਲ ਕੋਈ ਕੋਚਿੰਗ ਨਹੀਂ, ਜੇ ਇਹਦੇ ਘੱਟ ਨੰਬਰ ਆ ਗਏ ਟੈਨਸ਼ਨ ਇਹਨੇ ਲੈ ਲਈ। ਉੱਤੋਂ ਕਿਡਨੀ ਦਿੱਤੀ ਹੋਈ, ਉਹਨਾਂ ਨੇ ਕਿਹਾ ਟੈਨਸ਼ਨ ਤਾਂ ਬਿਲਕੁਲ ਨਹੀਂ ਦੇਣੀ, ਵੀਪੀ ਬਿਲਕੁਲ ਨਹੀਂ ਵਧਣਾ ਚਾਹੀਦਾ। ਜੇ ਬਾਈ ਚਾਂਸ ਇਹਦਾ ਵੀਪੀ ਜਾਂ ਕੁਛ ਇੱਦਾਂ ਹੋ ਗਿਆ ਮੈਂ ਕੀ ਕਰੂੰਗੀ? ਮੈਂ ਤਾਂ ਇੱਕੋ ਬਸ ਮੰਦਿਰ 'ਚ ਬੈਠ ਕੇ, ਮਾਤਾ ਰਾਣੀ ਦਾ ਮੰਦਿਰ ਮੇਰੇ ਬੂਹੇ ਦੇ ਮੋਹਰੇ ਆ, ਮੇਰੀ ਬੇਟੀ ਜਿੱਥੇ ਸੀ ਉਹਦੇ ਸਾਹਮਣੇ ਮੰਦਿਰ ਆ। ਮੈਂ ਉੱਥੇ ਬੈਠ ਕੇ ਮਾਂ ਨੂੰ ਇੱਕੋ ਗੱਲ ਕਹਿੰਦੀ ਸੀ, ਮਾਂ ਮੇਰੀ ਬੇਟੀ, ਮੈਂ ਆਪਣਾ ਕੰਮ ਕਰਤਾ, ਹੁਣ ਉਹ ਤੇਰੀ ਬੇਟੀ ਆ, ਉਹ ਸਾਹਮਣੇ ਲਿਖਦੀ ਪਈ ਦੀਵਾਰ ਤੇ, ਤੂੰ ਦੇਖ, ਤੈਨੂੰ ਪਤਾ ਉਹਨੇ ਕੀ ਨਹੀਂ ਕੀਤਾ, ਤੂੰ ਬਸ ਮੇਰੀ ਲਾਜ ਰੱਖੀ, ਬਸ ਉਹਦਾ ਲਾਜ ਦਾ ਨਤੀਜਾ ਵਾ ਉਹਦੀ ਕਿਰਪਾ ਵਾ। ਮੈਂ ਤਾਂ ਹਜੇ ਵੀ ਇਹੀ ਕਹਿੰਦੀ ਹਾਂ ਕਿ ਉਸ ਮਾਂ ਭਗਵਤੀ ਮਾਤਾ ਦੀ ਕਿਰਪਾ ਵਾ, ਕਿਉਂਕਿ ਜੇ ਅਸੀਂ ਜਿਸ ਇਸ਼ਟ ਦੇਵ ਨੂੰ ਧਿਆਨੇ ਆ, ਉਹ ਇਸ਼ਟ ਦੇਵ ਜੇ ਸਾਡੇ ਨਾਲ ਖੜਾ ਨਾ, ਸਾਨੂੰ ਦੁਨੀਆ ਤੋਂ ਕਿਸੇ ਡਰਨ ਦੀ ਲੋੜ ਨਹੀਂ। ਤੇ ਇੱਕ ਕਹਿੰਦੇ ਨਾ ਮਿਹਨਤ ਦਾ ਫਲ, ਇਹ ਬੇਟੀ ਨੂੰ ਮਿਹਨਤ ਦਾ ਫਲ ਮਿਲਿਆ, ਕਿਉਂਕਿ ਇਹਨੇ ਉਹ ਮਿਹਨਤ ਜੋ ਇਹਨੇ ਸੈਕਰੀਫਾਈਸ ਕੀਤਾ ਨਾ ਲਾਈਫ ਦੇ ਨਾਲ, ਜੋ ਇਹਨੇ 2 ਸਾਲ ਜਿੱਦਾਂ ਇਹਦੀ ਫਰੈਂਡਸ ਅੱਗੇ ਨਿਕਲ ਗਈਆਂ, ਸਾਰੀਆਂ ਪਿੱਛੇ ਰਹਿ ਗਈ, ਉਹ ਮੂਮੈਂਟ ਸਿਰਫ ਮੈਂ ਇੱਕ ਮਾਂ ਜਾਣਦੀ ਆ ਕਿ ਸਾਰੇ ਇਹਦੀਆਂ 4-5 ਫਰੈਂਡਸ ਸੀ ਜੋ ਸਾਰੇ ਡਾਕਟਰ ਲਾਈਨ ਵਿੱਚ ਆਉਂਦੀਆਂ ਪਈਆਂ ਸੀਗੀਆਂ। ਉਹ ਸਾਰੀਆਂ ਕੋਈ BDS 'ਚ ਚਲੀ ਗਈ, ਕੋਈ ਕਿੱਧਰ ਚਲੀ ਗਈ, ਕੋਈ ਕਿੱਧਰ ਚਲੀ ਗਈ, ਇੱਕ ਮੇਰੀ ਬੇਟੀ ਪਿੱਛੇ ਰਹਿ ਗਈ ਸੀ। ਐਂਡ ਵਿੱਚ ਆ ਕੇ ਫਰੈਂਡਸ ਵੀ ਸਾਰੀਆਂ, ਤੁਹਾਨੂੰ ਪਤਾ ਸਾਰੇ ਆਪਣੇ ਆਪਣੇ 'ਚ ਬਿਜ਼ੀ ਹੋ ਜਾਂਦੇ ਪੜ੍ਹਾਈ ਕਰਕੇ, ਇਕੱਲੀ ਮੇਰੀ ਬੇਟੀ ਇਕੱਲੀ ਰਹਿ ਗਈ ਸੀ। ਔਰ ਮੈਨੂੰ ਇੰਨੀ ਟੈਨਸ਼ਨ ਸੀ, ਜਦੋਂ ਮੈਨੂੰ ਕੋਈ ਪੁੱਛਦਾ ਸੀ ਮੇਰੇ ਦਿਲ ਨੂੰ ਲੱਗਦਾ ਸੀ ਮੈਂ ਕੀ ਕਵਾਂ ਉਹਨਾਂ ਨੂੰ, ਕੀ ਕਰਦੀ ਵੀ ਮੇਰੀ ਬੇਟੀ। ਔਰ ਐਂਡ ਟਾਈਮ 'ਤੇ ਝਟਕਾ ਉਦੋਂ ਪਿਆ ਜਦੋਂ 20 ਦਿਨਾਂ ਬਾਅਦ ਇਹਨੇ ਕਿਹਾ ਮੈਂ ਪੇਪਰ ਦੇਣਾ ਮੰਮਾ ਨੀਟ ਦੇ। ਫਿਰ ਮੈਨੂੰ ਕਹਿੰਦੀ ਮੰਮਾ ਮੈਂ ਬਾਹਰ ਜਾਣਾ, ਉਹ ਭਰਨਾ ਹੁੰਦਾ। ਇਹਨੇ ਔਨਲਾਈਨ ਹੀ ਸਭ ਕੁਛ ਭਰਿਆ ਵਾ। ਮੈਂ ਬਸ ਇਹਦੇ ਨਾਲ ਪੇਪਰ ਦੇਣ ਗਏ, ਇਹਦੇ ਪਾਪਾ ਦੇ ਨਾਲ ਗਏ, ਬਸ ਜੋ ਪੇਪਰ ਦਿੱਤਾ, ਬਸ ਉਸ ਤੋਂ ਬਾਅਦ ਰਿਜ਼ਲਟ ਤੁਹਾਡੇ ਮੂਹਰੇ ਆ। ਮੈਂ ਬਹੁਤ ਬਹੁਤ ਇੰਨਾ ਪ੍ਰਾਊਡ ਕਰਦੀ ਹਾਂ। ਬੇਟੀਆਂ ਅਸਲੀ 'ਚ ਮਾਂ ਪਿਓ ਦਾ ਧੰਨਵਾਦ, ਔਰ ਇਹਨਾਂ ਨੇ ਕਰਕੇ ਦਿਖਾਇਆ ਜੋ ਪ੍ਰਾਊਡ ਇੱਕ ਮਾਂ ਨੂੰ ਹੁੰਦਾ ਨਾ। ਮੈਂ ਤੁਹਾਨੂੰ ਦੱਸ, ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ, ਬਹੁਤ ਪ੍ਰਾਊਡ ਆ, ਬਹੁਤ ਜ਼ਿਆਦਾ ਪ੍ਰਾਊਡ। ਮਾਤਾ ਰਾਣੀ ਨੂੰ ਇੰਨੀ ਹਿੰਮਤ ਦੇਵੇ ਔਰ ਇੰਨਾ ਸਟਰੋਂਗ, ਸਾਰਿਆਂ ਦੀ ਬਲੈਸਿੰਗ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦੀ, ਬਸ ਮੇਰੀ ਬੇਟੀ ਨੂੰ ਬਲੈਸਿੰਗ ਦਿਓ, ਇੰਨੀਆਂ ਬਲੈਸਿੰਗ ਦਿਓ ਕਿ ਅੱਛਾ ਡਾਕਟਰ ਬਣ ਕੇ ਨਿਕਲੇ। ਸਾਰਿਆਂ ਨੂੰ ਬਸ ਬਲੈਸਿੰਗ ਦਿਓ। ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ MBBS ਤੋਂ ਬਾਅਦ? मैं MBBS के बाद एक स्पेशलाइजेशन करके कार्डियोलॉजिस्ट बनना चाहती हूँ। ਬਿਲਕੁਲ ਲੋਕਾਂ ਦਾ ਦਿਲ ਠੀਕ ਕਰਨਾ ਚਾਹੁੰਦੇ ਹੋ। हाँ जी, एग्जैक्टली। ਦੇਖੋ ਤੁਹਾਡੀ ਮਦਰ ਨੇ ਕਿੰਨਾ ਵੱਡਾ ਦਿਲ ਦਿਖਾਇਆ ਤੁਹਾਡੇ ਲਈ। हाँ जी। मदर्स बहुत स्पेशल होती हैं। मदर्स के अलावा लाइक हो ही नहीं सकता कोई मदर्स जैसा। और मेरी खुद शुरू से ही मम्मा से ज़्यादा अटैचमेंट है पूरी फैमिली से। ਬੀ ਪੋਜ਼ਿਟਿਵ। हाँ। ਹਾਂ, ਇੱਕ B ਪੋਜ਼ਿਟਿਵ ਦੀ ਸਟੋਰੀ ਤੁਸੀਂ ਸੁਣਾ ਰਹੇ ਸੀ, ਉਹ ਕੀ ਹੈ? ਐਕਚੁਅਲੀ ਜਦੋਂ ਇਹ ਛੋਟੀ ਸੀ ਨਾ, ਕੁਦਰਤੀ 3-4 ਸਾਲਾਂ ਸੀਗੀ, ਜਦੋਂ ਇਹ ਰੋਣੀ, ਜਦੋਂ ਮੇਰੇ ਮੂੰਹ 'ਚੋਂ B ਪੋਜ਼ਿਟਿਵ ਨਿਕਲ ਜਾਂਦਾ ਸੀ, ਮੈਂ ਹਰ ਵਾਰ ਕਹਿਣਾ B ਪੋਜ਼ਿਟਿਵ, ਪਰ ਮੈਨੂੰ B ਪੋਜ਼ਿਟਿਵ ਦਾ ਮਤਲਬ ਨਹੀਂ ਪਤਾ ਸੀ। ਸੱਚੀ ਕਹਿੰਦੀ ਆ, ਇਹ ਸੱਚੀ ਕਹਾਣੀ ਆ। ਮੈਨੂੰ B ਪੋਜ਼ਿਟਿਵ ਬਿਲਕੁਲ ਨਹੀਂ ਪਤਾ ਹੁੰਦਾ ਸੀ। ਜਦੋਂ ਕਦੇ ਮੈਂ ਕਹਿਣਾ B ਪੋਜ਼ਿਟਿਵ, ਫਿਰ ਅਚਾਨਕ ਇੱਕ ਕੁਛ ਹੀ ਸਾਲਾਂ ਬਾਅਦ ਥੋੜੀ ਵੱਡੀ ਹੋਈ, ਫਿਲਮ ਆਈ ਅਨਿਲ ਕਪੂਰ ਤੇ ਸਲਮਾਨ ਖਾਨ ਦੀ। ਕੀ ਫਿਲਮ ਸੀ ਉਹ? ਮੈਨੂੰ ਫਿਰ ਭੁੱਲ ਗਈ। ਨੋ ਐਂਟਰੀ। ਉਹਦੇ ਵਿੱਚ ਅਨਿਲ ਕਪੂਰ ਬਾਰ-ਬਾਰ ਕਹਿੰਦੇ ਸੀ B ਪੋਜ਼ਿਟਿਵ। ਮੈਂ ਕਿਹਾ ਰਾਧਿਕਾ ਸਾਡਾ ਡਾਇਲੌਗ ਨਾ ਅਨਿਲ ਕਪੂਰ ਨੇ ਕੈਚ ਕਰ ਲਿਆ। ਜਦੋਂ ਐਂਡ ਵਿੱਚ ਫਿਲਮ ਦਾ ਸੀਨ ਸੀ, ਉਹਨੇ ਕਿਹਾ ਸਲਮਾਨ ਖਾਨ ਨੇ ਕਿ B ਪੋਜ਼ਿਟਿਵ ਦਾ ਮਤਲਬ ਕੀ ਆ?
ਫਿਰ ਮੈਂ ਬੜੇ ਧਿਆਨ ਨਾਲ ਦੇਖਦੀ ਪਈ ਸੀ, ਮੈਂ ਕਿਹਾ ਮੈਂ ਵੀ ਪੁੱਛਾਂ। ਉਹ ਕਹਿੰਦਾ ਮੇਰਾ ਬਲੱਡ ਗਰੁੱਪ ਆ। ਉਹਦੇ ਮੈਂ ਆਪਣੀ ਬੇਟੀ ਨੂੰ ਕਿਹਾ, ਮੈਂ ਕਿਹਾ ਰਾਧਿਕਾ ਆ ਜਾ, ਅਸੀਂ ਬਲੱਡ ਗਰੁੱਪ ਦੀ ਗੱਲਾਂ ਕਰਦੇ ਰਹੇ। ਕਹਿੰਦੀ ਮੰਮਾ ਆਪਕਾ ਬਲੱਡ ਗਰੁੱਪ ਕਿਆ ਹੈ? ਮੈਂ ਕਿਹਾ ਕਦੀ ਚੈੱਕ ਨਹੀਂ ਕਰਾਇਆ। ਕਹਿੰਦੀ ਮੇਰਾ। ਮੈਂ ਕਿਹਾ ਵੇ ਵੀ ਨਹੀਂ ਕभी ਚੈੱਕ ਕਰਾਇਆ। ਬਸ ਨੋਰਮਲੀ ਇੱਦਾਂ ਨੋਰਮਲ ਇੱਕ ਵਾਰੀ ਗੱਲ ਹੋਈ ਸੀ, ਉਦੋਂ ਮੇਰੇ ਖਿਆਲ 'ਚ ਮੇਰੀ ਬੇਟੀ 16 ਸਾਲਾਂ ਦੀ ਸੀਗੀ। ਜਦੋਂ ਇਹਦਾ ਆਪਰੇਸ਼ਨ ਦਾ ਟਾਈਮ ਆ ਗਿਆ, ਡਾਕਟਰ ਨੇ ਕਿਹਾ ਹੁਣ ਬਲੱਡ ਚੈੱਕ ਕਰਾਉਣਾ ਵਾ, ਕਿਉਂਕਿ ਸਾਨੂੰ ਕਦੀ ਲੋੜ ਹੀ ਨਹੀਂ ਪਈ। ਔਰ ਬਲੱਡ ਚੈੱਕ ਕਰਾਇਆ, ਇਹਦਾ ਬੀ ਪੋਜ਼ਿਟਿਵ। ਮੇਰਾ ਉੱਥੇ ਇੰਨਾ ਰੋਣਾ ਨਿਕਲ ਗਿਆ, ਹਾਏ ਮੈਂ ਆਪਣੀ ਬੇਟੀ ਨੂੰ ਬਚਪਨ ਦੀ ਬੀ ਪੋਜ਼ਿਟਿਵ ਕਹੀ ਜਾਂਦੀ ਹੈ। ਫਿਰ ਜੋ ਡਾਕਟਰ ਨੇ ਕਿਹਾ ਕਿ ਤੁਹਾਡਾ ਵੀ ਬਲੱਡ ਚੈੱਕ ਹੋਣਾ, ਤੁਹਾਡਾ ਜੇ ਇਹਦੇ ਨਾਲ ਮਿਲਿਆ ਤਾਂ ਫਿਰ ਤਾਂ ਬਹੁਤ ਅੱਛੀ ਗੱਲ ਆ। ਮੈਂ ਕਹਾਂ ਮੈਂ ਕਿਹਾ ਮਾਤਾ ਰਾਣੀ ਮੈਂ ਬਚਪਨ ਦੇ ਨੂੰ ਬੀ ਪੋਜ਼ਿਟਿਵ ਕਹਿੰਦੀ, ਮੇਰਾ ਵੀ ਮੈਂ ਆਪਣੇ ਮਨ 'ਚ ਸੋਚਿਆ, ਮੈਂ ਕਿਹਾ ਮਾਂ ਮੇਰਾ ਵੀ ਇਹਦੇ ਨਾਲ ਮਿਲਾ ਦੀ, ਮੈਨੂੰ ਇਸ ਟਾਈਮ ਨਾ ਇੱਦਾਂ ਦਾ ਕੰਮ ਕਰਾਈ ਕਿ ਮੈਨੂੰ ਝਟਕਾ ਪੈ ਜਾਏ। ਔਰ ਜਦੋਂ ਡਾਕਟਰ ਨੇ ਕਿਹਾ ਕੰਗਰੈਚੁਲੇਸ਼ਨ ਤੁਹਾਡਾ ਵੀ ਬੀ ਪੋਜ਼ਿਟਿਵ ਆ, ਯਾਨੀ ਕਿ ਇਹ ਸਾਡਾ ਰਿਐਲਿਟੀ ਵਿੱਚ ਇੱਦਾਂ ਹੋ ਗਿਆ ਕਿ ਮੈਂ ਬਚਪਨ ਤੋਂ ਆਪਣੀ ਬੇਟੀ ਨੂੰ ਬੀ ਪੋਜ਼ਿਟਿਵ ਕਰਦੀ ਰਹੀ ਹਾਂ, ਔਰ ਸਾਡਾ ਬਲੱਡ ਗਰੁੱਪ ਵੀ ਬੀ ਪੋਜ਼ਿਟਿਵ ਨਿਕਲ ਆਇਆ। ਬਿਲਕੁਲ, ਹੁਣ ਰਿਜ਼ਲਟ ਵੀ ਬੀ ਪੋਜ਼ਿਟਿਵ ਹੀ ਆ ਗਿਆ। ਹਾਂਜੀ, ਰਿਜ਼ਲਟ ਵੀ ਬੀ, ਸਭ ਕੁਝ ਮਾਂ ਪੋਜ਼ਿਟਿਵ ਕਰੋਗੀ। ਉਸ ਮਾਤਾ ਰਾਣੀ ਦੀ ਬਹੁਤ ਬਹੁਤ ਕਿਰਪਾ ਵਾ, ਜੇ ਉਹ ਪੋਜ਼ਿਟਿਵ ਤੇ ਇੱਥੇ ਤੱਕ ਹੁਣ ਤੱਕ ਇਹ ਟਾਈਮ ਲੈ ਕੇ ਆਈ, ਅੱਗੇ ਵੀ ਬਹੁਤ ਅੱਛਾ ਟਾਈਮ ਲੈ ਕੇ ਆਏਗੀ। ਔਰ ਮੈਂ ਫਕਰ ਨਾਲ ਦਿਲ ਨਾਲ ਕਹਿੰਦੀ ਹਾਂ ਕਿ ਮੇਰੀ ਬੇਟੀ ਨੇ ਨਰੂਲਾ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਵਾ। ਅੱਗੋਂ ਇਹ ਸਾਰੇ ਮੁਹੱਲੇ ਦਾ, ਜ਼ਿਲ੍ਹੇ ਦਾ, ਪੰਜਾਬ ਦਾ, ਇੰਡੀਆ ਦਾ ਨਾਮ ਵੀ ਰੋਸ਼ਨ ਕਰਕੇ ਅੱਛੀ ਡਾਕਟਰ ਬਣ ਕੇ ਨਿਕਲੇਗੀ। ਔਰ ਇਹਦਾ ਨਾਮ ਹੋਗਾ ਡਾਕਟਰ ਰਾਧਿਕਾ ਨਰੂਲਾ। ਬਿਲਕੁਲ, ਜਿਨ੍ਹਾਂ ਦੀਆਂ ਬੇਟੀਆਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਾਰੀਆਂ ਦੀਆਂ ਮਾਵਾਂ ਦੀ ਬੇਟੀਆਂ ਨੂੰ ਇਹ ਕਹਿੰਦੀ ਹਾਂ ਕਿ ਆਪਣੀ ਬੇਟੀਆਂ, ਜੇ ਬੇਟੀਆਂ ਤੁਹਾਡੇ ਕਹਿੰਦੇ ਨਾ ਅਸੀਂ ਪੜ੍ਹਨਾ, ਉਹਨਾਂ ਨੂੰ ਪੜ੍ਹਾਓ। ਦੇਖੋ ਉਹਨਾਂ ਨੇ ਸਹੁਰੇ ਚਲ ਜਾਣਾ ਵਾ, ਫਿਰ ਉਹਨਾਂ ਦੀ ਉਹ ਵੈਲਿਊ, ਉਹ ਲਾਈਫ ਹੀ ਨਹੀਂ ਰਹਿੰਦੀ। ਬੱਚਿਆਂ ਨੂੰ ਜਿੰਨਾ ਤੁਸੀਂ ਪੜ੍ਹਾਓਗੇ, ਜਿੰਨਾ ਤੁਸੀਂ ਬੇਟੀਆਂ ਨੂੰ ਅੱਗੇ ਕਰੋਗੇ ਨਾ ਆਪਣੇ ਪੈਰਾਂ 'ਤੇ, ਜੋ ਬੇਟੀਆਂ ਤੁਹਾਨੂੰ ਅੱਗੇ ਆ ਕੇ ਜਿੱਦਾਂ ਮੈਨੂੰ ਇੱਦਾਂ ਹੀ ਖੁਸ਼ੀ ਮਿਲੀ ਨਾ, ਔਰ ਮੈਂ ਪ੍ਰਾਊਡ ਨਾਲ ਕਹਿੰਦੀ ਤੁਹਾਨੂੰ ਵੀ ਇੰਨੀ ਖੁਸ਼ੀਆਂ ਤੁਹਾਡੇ ਬੇਟੀਆਂ ਆ ਕੇ ਦਊਗੀਆਂ। ਚਾਹੇ ਬੇਟੀ ਹੈ ਚਾਹੇ ਬੇਟਾ ਵਾ, ਦੋਨੋਂ ਇੱਕੋ ਹੀ ਜਿਹੇ ਆ। ਬੇਟੇ ਨੂੰ ਵੀ ਉਹਨੇ ਪੜ੍ਹਾਓ, ਜੇ ਉਹ ਕਹਿੰਦੇ ਪੜ੍ਹਨ ਵਾਲੇ, ਬੇਟੀਆਂ ਨੂੰ ਵੀ ਉਹਨੇ ਪੜ੍ਹਾਓ। ਜਿੱਦਾਂ ਮੇਰੀ ਬੇਟੀ ਨੇ ਮੇਰਾ ਨਾਮ ਰੋਸ਼ਨ ਕੀਤਾ, ਤੁਹਾਡੇ ਸਾਰਿਆਂ ਦੀ ਬੇਟੀਆਂ ਤੁਹਾਡਾ ਨਾਮ ਰੋਸ਼ਨ ਕਰੇ, ਮਾਤਾ ਰਾਣੀ ਸਾਰਿਆਂ 'ਤੇ ਕਿਰਪਾ ਕਰੇ। ਬਿਲकुल, ਤੁਸੀਂ ਬੇਟੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਦੇ ਮਦਰ ਲਈ? मैं बस यही कहना चाहूँगी कि हमेशा अपने पेरेंट्स की रिस्पेक्ट करो। सिर्फ मम्मा ही नहीं, आपको पूरी फैमिली, अपने से बड़ों की रिस्पेक्ट करनी चाहिए। और एंड में जब आपका डिफ़िकल्ट टाइम होता है, सिर्फ और सिर्फ आपकी फैमिली और आपके पेरेंट्स ही आपके साथ होते हैं। और कई बहुत अच्छे फ्रेंड्स भी, जैसे मेरी एक फ्रेंड है महक, शी इज़ जस्ट एवरीथिंग टू मी। सबसे पहले मैं उसको कुछ बताती हूँ, वो भी मेरे लिए बहुत स्पेशल है। तो मैं बस यही कहूँगी कि अपने पेरेंट्स और अपने क्लोज वंस के साथ रहो, हमेशा उनसे बातें करो। इतने बिजी ना हो जाओ अपनी सोशल लाइफ में कि तुम वर्चुअल लाइफ में इतने बिजी ना हो, इंस्टाग्राम पर लगे रहो, मगर अपनी फैमिली को इम्पोर्टेंस ना दो। रोज़ थोड़ा सा टाइम अपनी फैमिली के लिए निकालो, चाहे वो 15-20 मिनट ही हो। उनके चेहरे पर देखना स्माइल कैसी आती है। ਰਾਧਿਕਾ ਦੇ ਫਾਦਰ ਅਮਿਤ ਨਰੂਲਾ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਪ੍ਰੋਬਲਮ ਹੈ, ਫਿਰ ਕੀ ਹੋਇਆ? ਕਿੱਦਾਂ ਸੋਚਿਆ ਗਿਆ ਕਿ ਕੀ ਕਰਨਾ ਚਾਹੀਦਾ ਹੈ? ਫਸਟ ਟਾਈਮ ਗਏ ਸੀਗੇ ਲੁਧਿਆਣਾ, ਡੀਐਮਸੀ ਤੋਂ ਰਿਟਾਇਰਡ ਡਾਕਟਰ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਉਹ ਸਰਦਾਰ ਸੀ, ਆਪਣੇ ਘਰ ਹੀ ਦੇਖਦੇ ਸੀ। ਅਸੀਂ ਸੰਡੇ ਉਹਨਾਂ ਕੋਲ ਟਾਈਮ ਲੈ ਕੇ, ਕਿ ਮੇਰੇ ਸਾਨੂ ਸਾਹਿਬ ਵੀ ਲੁਧਿਆਣੇ ਹੈਗੇ, ਉਹਨਾਂ ਨੂੰ ਕਿਹਾ ਇੱਥੇ ਸਰ ਪ੍ਰੋਬਲਮ, ਅਸੀਂ ਸਵੇਰੇ ਆਵਾਂਗੇ ਤੁਹਾਡੇ ਕੋਲ, ਤੁਸੀਂ ਟਾਈਮ ਲੈ ਕੇ ਰੱਖਿਓ। ਫਿਰ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੇ, ਯਾਨੀ ਕਿ ਉਦੋਂ ਕੋਵਿਡ ਚੱਲਦਾ ਪਿਆ ਸੀ, ਤੇ ਉਹ ਸ਼ੀਸ਼ੇ ਵਿੱਚੋਂ ਦੇਖਦੇ ਸੀ ਤੇ ਮਾਈਕ ਤੇ ਬੋਲਦਾ ਉਹਨਾਂ ਨੇ ਕਿ ਦੋਨੇ ਗੁਰਦੇ ਖਰਾਬ ਹੈ ਜੀ, ਪੇਸ਼ੈਂਟ ਦੇ ਦੋਨੇ ਗੁਰਦੇ ਖਰਾਬ ਹੈ। ਤਾਂ ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸੀਗਾ ਉਹਨਾਂ ਦੇ ਕਲੀਨਿਕ ਦੇ ਵਿੱਚ ਹੀ। ਤੇ ਮੈਨੂੰ ਪਤਾ ਕਿ ਯਾਨੀ ਕਿ ਇੱਕ ਡਾਕਟਰ ਨੇ ਚਲੋ ਮੂੰਹ ਤੇ ਕਹਿ ਦਿੱਤਾ, ਪਿਓ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਹਾਂ ਤੇਰੀ ਬੇਟੀ ਦੇ ਗੁਰਦੇ ਦੋਨੇ ਖਤਮ ਹੈ, ਯਾਨੀ ਕਿ ਪੰਜਾਬੀ 'ਚ ਕਹਿ ਦਿੱਤਾ। ਇੰਡੀਆ ਕਹਿੰਦੇ ਸ਼ਾਇਦ ਨਾ ਪਤਾ ਲੱਗਦੀ ਹੈ ਕਿ ਇੰਨਾ ਸਾਨੂੰ ਪਤਾ ਨਹੀਂ ਇੰਗਲਿਸ਼ ਕੀ ਕਹਿੰਦੇ, ਗੁਰਦੇ ਕਹਿੰਦੇ ਦੋਨੇ ਖਰਾਬ ਹੈ, ਯਾਨੀ ਕਿ ਡੈਮੇਜ ਆ ਤੇ ਡਾਇਲਸਿਸ 'ਤੇ ਚਲੇ ਜਾਓਗੇ ਪੇਸ਼ੈਂਟ। ਤੇ ਮੈਂ ਤਾਂ ਉੱਥੇ ਹੀ ਐਨਕ ਸੁੱਟੀ, ਡਿੱਗ ਗਈ ਮੇਰੇ ਕੋਲ, ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਤੇ ਬਸ 10 ਮਿੰਟਾਂ 'ਚ ਜ਼ਿੰਦਗੀ ਖਤਮ ਹੋ ਗਈ। ਤੇ ਉਸ ਤੋਂ ਅਸੀਂ ਦਵਾਈ ਲਈ, ਟੈਸਟ ਉਹਨਾਂ ਨੇ ਵੀ ਫਰਦਰ ਕਰਵਾਏ, ਦਵਾਈਆਂ ਲਿਫਾਫਾ ਭਰ ਕੇ ਦੇ ਦਿੱਤਾ, ਲੈ ਕੇ ਅਸੀਂ ਘਰ ਆ ਗਏ। ਬੇਟੀ ਨੂੰ ਵੋਮਟਿੰਗਸ ਲੱਗ ਗਈ ਜ਼ਿਆਦਾ, ਤੇ ਅਸੀਂ ਵੇਟ ਕਰਦੇ ਰਹੇ, ਹੁਣ ਠੀਕ ਹੁੰਦੀ, ਹੁਣ ਠੀਕ। ਫਿਰ ਅਸੀਂ ਰਾਤ ਨੂੰ ਕਿਸੇ ਨੇ ਕਿਹਾ, ਉੱਥੇ ਵੀ ਮੁਹੱਲੇ ਸੀਗਾ ਕੋਈ ਕਿਡਨੀ ਪੇਸ਼ੈਂਟ, ਉਹ ਕਹਿੰਦੇ ਇਕਾਈ ਹਸਪੀਟਲ ਲੈ ਜਾਓ, ਉੱਥੇ ਡਾਕਟਰ ਬਹੁਤ ਸਾਰੇ ਸਾਂਭ ਲੈਣਗੇ। ਫਿਰ ਅਸੀਂ 7:30 ਉੱਥੇ ਚਲੇ ਗਏ ਆ, ਬਾਅਦ ਫਰਦਰ ਇਲਾਜ ਸ਼ੁਰੂ ਹੋ ਗਿਆ ਵਾ। 3-4 ਦਿਨ ਐਡਮਿਟ ਰਹੇ ਆ, ਫਿਰ ਪੀਜੀਆਈ ਜਲੰਧਰ ਸਰਵੋਦਿਆ ਵੀ ਚੈੱਕ ਕਰਾਇਆ, ਫਿਰ ਪੀਜੀਆਈ ਵੀ 2 ਵਾਰੀ, ਫਿਰ ਦਿੱਲੀ ਤੱਕ ਵੀ ਗਏ ਅਸੀਂ ਚੈੱਕ ਕਰਾਉਣ ਕਿ ਸ਼ਾਇਦ ਕੋਈ ਟੈਕਨੀਕ ਹੋਏ ਦਿੱਲੀ 'ਚ ਜਿਹਦੇ ਨਾਲ ਕੁਛ ਰਿਮੂਵ ਹੋ ਜਾਏ, ਕੋਈ ਟਰਾਂਸਪਲਾਂਟ ਨਾ ਕਰਨਾ ਪਵੇ। ਕਿ ਦੋ ਜ਼ਿੰਦਗੀਆਂ ਦਾਅ 'ਤੇ ਲੱਗ ਰਹੀਆਂ ਸੀ, ਜਿਹਨੇ ਕਿਡਨੀ ਦੇਣੀ ਹੈ, ਜਿਹਨੇ ਲੈਣੀ ਹੈ, ਕਿ ਡਾਕਟਰ ਕਹਿੰਦੇ ਰਿਸਕ ਦੋਨਾਂ ਨੂੰ ਹੋ ਜਾਂਦਾ ਵਾ, ਕਿ ਅੱਗੇ ਪਰਹੇਜ਼ ਬਹੁਤ ਕਰਨਾ ਪੈਂਦਾ ਵਾ। ਤੇ ਉਹਦੇ ਨਾਲ ਹੀ ਚੱਕਰ 'ਚ ਅਸੀਂ ਬਸ ਫਿਰ ਹਾਰ ਕੇ ਪ੍ਰੋਸੀਜਰ ਪੂਰਾ ਕਰਤਾ। ਇਹ 'ਚ ਪ੍ਰੋਸੀਜਰ ਬਹੁਤ ਲੰਬਾ ਸੀਗਾ, ਸਾਰੇ ਰਿਲੇਟਿਵਸ ਦੇ ਐਫੀਡੈਵਿਟ ਬਣਾਏ, ਸੁਵਿਧਾ ਕੇਂਦਰ ਤੋਂ ਤਹਿਸੀਲੇ ਸਵੇਰੇ ਜਾਣਾ, ਲਾਈਨ 'ਚ ਲੱਗਣਾ, ਐਫੀਡੈਵਿਟ ਬਣਾਉਣੇ। ਫਿਰ ਇੱਥੋਂ SHO ਕੋਲ ਲਿਖਾਇਆ ਕਿ ਮੈਨੂੰ ਕੋਈ ਓਬਜੈਕਸ਼ਨ ਨਹੀਂ, ਕਿ ਮੇਰੀ ਵਾਈਫ ਆਪਣੀ ਮਰਜ਼ੀ ਨਾਲ ਕਿਡਨੀ ਦੇ ਰਹੀ ਹੈ, ਮੇਰੀ ਫਾਦਰ ਇਨ ਲਾ, ਮੇਰੀ ਮਦਰ ਇਨ ਲਾ, ਮੇਰੇ
ਬ੍ਰਦਰ ਇਨ ਲਾ ਸਿਸਟਰ ਇਨ ਲਾ ਜਿੰਨੇ ਸੀ ਉਹਨਾਂ ਨੇ, ਮੇਰੀਆਂ ਆਪਣੀਆਂ ਸਗੀਆਂ ਭੈਣਾਂ ਨੇ, ਇੱਕ ਦਸੂਹੇ ਵਿਆਹੀ ਹੈ, ਇੱਕ ਹੁਸ਼ਿਆਰਪੁਰ ਵਿਆਹੀ, ਉਹਨਾਂ ਨੇ ਵੀ ਐਫੀਡੇਵਿਟ ਬਣਾ ਕੇ ਦਿੱਤੇ, ਮੇਰੇ ਜੀਜੇ ਨੇ ਐਫੀਡੇਵਿਟ ਬਣਾ ਕੇ ਦਿੱਤੇ। ਸਾਨੂੰ ਕੋਈ ਓਬਜੈਕਸ਼ਨ ਨਹੀਂ ਕਿ ਜੋ ਵੀ ਕਰ ਰਹੇ ਫੈਮਿਲੀ ਆਪਣੀ ਮਰਜ਼ੀ ਨਾਲ ਕਰ ਰਹੀ, ਸਾਡਾ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਉਹ ਹਾਂ ਪ੍ਰੈਸ਼ਰ ਹੈ ਤੂੰ ਕਿਡਨੀ ਦੇਣੀ ਹੈ। ਤੇ ਫਿਰ ਉਹ ਕਰਾਏ, ਫਿਰ ਹੁਸ਼ਿਆਰਪੁਰੋਂ ਡੀਐਸਪੀ ਕੋ ਐਸਐਸਪੀ ਕੋ ਸਾਰੇ ਕੋ ਪਰਮਿਸ਼ਨ ਲਈ, ਫਿਰ ਅਸੀਂ ਉੱਥੇ ਤੋਂ ਸਾਰੀ ਪਰਮਿਸ਼ਨ ਲੈਟਰ ਦਿੱਤੇ। ਫਿਰ ਉੱਥੇ ਚੰਡੀਗੜ੍ਹ ਪੀਜੀਆਈ ਤੋਂ ਡਾਕਟਰ ਆਏ, ਇਕਾਈ 'ਚ ਸਾਡੀ ਮੀਟਿੰਗ, ਉੱਥੇ ਵੀ ਵਰਚੁਅਲ ਆਡੀਓ ਵੀਡੀਓ ਦੋਨੋਂ ਰਿਕਾਰਡਿੰਗ ਹੋਈ ਕਿ ਕੱਲ੍ਹ ਸਾਡੇ ਕੋਲ ਪ੍ਰੂਫ ਹੈ ਕਿ ਜੋ ਕਰ ਰਹੇ ਆਪਣੀ ਮਰਜ਼ੀ ਨਾਲ ਕਰ ਰਹੇ, ਕੋਈ ਪ੍ਰੈਸ਼ਰ ਥੱਲੇ ਨਹੀਂ। ਤਿਆਰੀ ਹੋਈ, ਫਿਰ ਉਹਨਾਂ ਨੇ ਕਹਿ ਦਿੱਤਾ ਕਿ ਟ੍ਰਾਂਸਫਰ ਤੁਸੀਂ ਕਿਸੇ ਦਿਨ ਵੀ ਐਡਮਿਟ ਹੋ ਗਏ, ਤੁਹਾਡੀ ਕਾਗਜ਼ੀ ਕਾਰਵਾਈ ਪੂਰੀ ਹੋਏ, ਕਿਸੇ ਦਿਨ ਵੀ ਦਾਖਲ ਹੋ ਕੇ ਤੇ ਤੁਸੀਂ ਟ੍ਰਾਂਸਪਲਾਂਟ ਕਰਾ ਸਕਦੇ। ਪਰ ਫਿਰ ਉਹ ਥੋੜ੍ਹੇ ਕਿਡਨੀ ਰਿਮੂਵ ਹੋ ਗਈ, ਫ਼ਰਕ ਪੈਣ ਲੱਗ ਪਿਆ ਥੋੜ੍ਹਾ ਸਿਹਤ ਨੂੰ, ਤੇ ਫਿਰ ਥੋੜ੍ਹਾ ਟਾਈਮ ਨਿਕਲ ਗਿਆ। ਫਿਰ ਇਸ ਤਰ੍ਹਾਂ ਉਹ ਥੋੜ੍ਹਾ ਟਾਈਮ ਰੁਕ ਕੇ ਦੁਬਾਰਾ ਕ੍ਰੀਟਨਾਈਨ ਵਧਣ ਲੱਗ ਪਿਆ, ਫਿਰ ਵੱਧਦਾ ਉਹ 21-22 ਤੇ ਪਹੁੰਚ ਗਿਆ। ਫਿਰ ਅਸੀਂ ਡਿਸੀਜਨ ਲਿਆ ਕਿ ਹੁਣ ਹੋਰ ਜ਼ਿਆਦਾ ਵੇਟ ਨਾ ਕਰਕੇ ਕਿ ਫਿਰ 2 ਡਾਇਲਸਿਸ ਹੋਏ ਉੱਥੇ, ਤੇ ਡਾਇਲਸਿਸ ਹੋਣ ਤੋਂ ਬਾਅਦ ਟ੍ਰਾਂਸਪਲਾਂਟ ਹੋ ਗਿਆ। ਪਰ ਡਾਕਟਰ ਬਹੁਤ ਸਿਆਣੇ, ਡਾਕਟਰ ਬਲਦੇਵ ਸਿੰਘ ਔਲਖ ਕਿਡਨੀ ਦੇ ਬਹੁਤ ਮਸ਼ਹੂਰ ਡਾਕਟਰ ਹੈ ਇਕਾਈ ਦੇ, ਰੱਬ ਤੱਕ ਕਿਸੇ ਨੂੰ ਇਸ ਮੁਸੀਬਤ 'ਚ ਪਾਏ ਨਾ, ਜੇ ਪਾਏ ਤਾਂ ਸਭ ਤੋਂ ਪਹਿਲੇ ਉਸ ਡਾਕਟਰ ਦੀ ਰਾਏ ਲਓ। ਬਹੁਤ ਸਿਆਣੇ ਡਾਕਟਰ, ਰੱਬ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ, ਬਹੁਤ ਲਾਇਕ ਹੈ, ਹੱਥ ਇੰਨਾ ਸਾਫ਼ ਹੈ, ਦਿਹਾੜੀ 'ਚ 3-4 ਕਿਡਨੀ ਟ੍ਰਾਂਸਪਲਾਂਟ ਤੋਂ ਕਰ ਹੀ ਦਿੰਦੇ ਨੇ ਆਪਣੇ ਹਸਪੀਟਲ 'ਚ। ਤੇ ਨੈਫਰੋ ਡਾਕਟਰ ਵੀ ਬਹੁਤ ਸਿਆਣੇ ਉੱਥੇ ਦੇ, ਜੇ ਕਿਸੇ ਨੂੰ ਪ੍ਰੋਬਲਮ ਤਾਂ ਸਿੱਧਾ ਉੱਥੇ ਜਾਓ, ਆਲੇ ਦੁਆਲੇ ਨਾ ਭਟਕੋ। ਬਿਲਕੁਲ, ਤੁਸੀਂ ਇਹ ਪ੍ਰੋਸੈਸ ਜਿਹੜਾ ਦੱਸਿਆ ਜ਼ਿੰਦਗੀ ਬਚਾਉਣ ਵਾਲਾ ਸੀ, ਬਚਾਉਣ। ਹੁਣ ਜ਼ਿੰਦਗੀ ਬਣਾਉਣ ਵਾਲੇ ਪ੍ਰੋਸੈਸ 'ਚ ਆ ਗਏ, ਨੀਟ ਕਲੀਅਰ ਹੋ ਗਿਆ, ਸੀਟ ਮਿਲ ਗਈ, ਹੁਣ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਹੁਣ ਬਹੁਤ ਖੁਸ਼ੀ ਹੈ, ਦੇਖੋ ਇਹ ਬੇਟੀ ਨੇ ਮਿਹਨਤ ਕੀਤੀ ਹੈ ਤੇ ਸਾਰੇ ਵੱਡਿਆਂ ਦਾ ਆਸ਼ੀਰਵਾਦ ਹੈਗਾ, ਖੁਦ ਉਹਨੇ ਮਿਹਨਤ ਕੀਤੀ ਹੈ। ਅਸੀਂ ਤਾਂ ਦੇਖੋ ਇੱਕ ਹੌਸਲਾ ਦੇਣ ਵਾਲੇ, ਅਸੀਂ ਮਾਤਾ ਪਿਤਾ ਜਾਂ ਮੁਹੱਲੇ ਵਾਲੇ ਚਾਚਾ ਚਾਚੀ ਜਾਂ ਮਾਮਾ ਮਾਮੀ ਜਾਂ ਮਾਸੀਆਂ ਜੋ ਵੀ ਸਭ ਨੇ ਹੌਸਲਾ ਹੀ ਦੇਣਾ ਕਿ ਬੇਟਾ ਤੂੰ ਜੋ ਕਰਨਾ ਆਪਣੀ ਲਾਈਫ 'ਚ ਕਰ, ਅਸੀਂ ਤੇਰੇ ਨਾਲ ਆ, ਪੈਸੇ ਦੀ ਕੋਈ ਕਮੀ ਨਹੀਂ। ਦਾਦਾ ਜੀ ਦੇ ਕਹਿੰਦੇ ਚਾਹੇ ਸਾਨੂੰ ਮਕਾਨ ਨਾ ਗਿਰਵੀ ਰੱਖਣਾ ਪਏ, ਮਕਾਨ ਗਿਰਵੀ ਰੱਖ ਕੇ ਲੋਨ ਲੈ ਲਾਂਗੇ, ਤੇ ਉਹਨੂੰ ਡਾਕਟਰੀ ਜ਼ਰੂਰ ਕਰਾਉਣੀ ਜਿੱਦਾਂ ਮਰਜ਼ੀ ਕਰਾਈਏ, ਤੂੰ ਪੈਸੇ ਦੀ ਫਿਕਰ ਨਹੀਂ ਕਰਨੀ, ਪੈਸਾ ਆਪਣੇ ਆਪ ਆਏਗਾ, ਤੂੰ ਬਸ ਪੜ੍ਹਨਾ ਹੈ, ਪੈਸੇ ਦੀ ਟੈਨਸ਼ਨ ਨਹੀਂ ਲੈਣੀ, ਪੜ੍ਹਨਾ ਹੈ, ਬੇਝਿਜਕ ਹੋ ਕੇ ਪੜ੍ਹੋ, ਆਪਣੀ ਮਿਹਨਤ ਕਰੋ, ਖਾਣਾ ਪੀਣਾ ਬੈਸਟ ਖਾਓ, ਬਾਹਰਲੀ ਇਹ ਚੀਜ਼ ਅਵੋਇਡ ਕਰਨੀ ਹੈ, ਬਾਹਰਲੀ ਫਾਸਟ ਫੂਡ ਬਿਲਕੁਲ ਨਹੀਂ ਖਾਣਾ ਹੈਗਾ। ਹੋਰ ਬੱਚਿਆਂ ਦਾ ਵੀ ਸੰਦੇਸ਼ ਹੈ ਕਿ ਬਾਹਰਲਾ ਬਿਲਕੁਲ ਨਾ ਖਾਓ, ਅੱਜ ਕੱਲ੍ਹ ਸਿਹਤ ਖਰਾਬ ਹੋਣ ਲੱਗੇ ਪਤਾ ਨਹੀਂ ਲੱਗਦਾ, ਫਾਸਟ ਫੂਡ ਨੂੰ ਜਿੰਨਾ ਹੋ ਸਕੇ ਅਵੋਇਡ ਕਰੋ, ਘਰ ਦੀ ਤਾਜ਼ੀ ਰੋਟੀ ਦਾਲ ਸਬਜ਼ੀ ਖਾਓ। ਹੁਣ ਕਿੰਨਾ ਪ੍ਰਾਊਡ ਫੀਲ ਕਰ ਰਹੇ ਹੋ ਆਪਣੀ ਬੇਟੀ? ਫੀਲ ਜੀ, ਮੈਂ ਤੁਹਾਨੂੰ ਅੱਗੇ ਵੀ ਦੱਸੋ ਕਿ ਆਪਣੇ ਸਾਹ ਵੀ ਨਹੀਂ ਪਿਆਰੇ ਹੈਗੇ ਮੈਨੂੰ ਆਪਣੀ ਬੇਟੀ ਤੋਂ ਜਾ ਕੇ। ਬੇਟੀਆਂ ਆਪਣੇ 2 ਬੇਟੀਆਂ ਨਾ, ਛੋਟੀ ਬੇਟੀ ਵੀ ਹਰਸ਼ਿਤਾ, ਉਹ ਵੀ ਮੇਰੀ ਏਡੀ ਲਾਡਲੀ ਹੈ, ਮੈਨੂੰ ਆਪਣੇ ਸਾਹ ਵੀ ਨਹੀਂ ਪਿਆਰੇ ਹੈਗੇ ਆਪਣੀ ਬੇਟੀਆਂ ਤੋਂ ਵੱਧ ਕੇ। ਪਰਮਾਤਮਾ ਨੇ ਬੇਟੀਆਂ ਦਿੱਤੀਆਂ ਬਹੁਤ ਵਧੀਆ, ਲੱਖਾਂ ਬੇਟੀਆਂ ਤੋਂ ਬਹੁਤ ਵੱਧ ਕੇ ਹੈ, ਤੇ ਰੱਬ ਸਭ ਨੂੰ ਇਦਾਂ ਦੀਆਂ ਬੇਟੀਆਂ ਦੇਵੇ। ਮੈਂ ਆਪਣੇ ਆਪ ਨੂੰ ਅੱਜ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੇਰੀ ਬੇਟੀ, ਮੇਰੇ ਅਮਰ ਨਰੂਲਾ की बेटी, मेरी पोती अपने बहुत मुसीबत चों निकल के MBBS ਦੇ ਐਡਮਿਸ਼ਨ ਪੇਪਰ ਦੇ ਕੇ ਉਹ 'ਚ ਅੰਮ੍ਰਿਤਸਰ ਕਾਲਜ ਦੇ ਵਿੱਚ ਉਹਨੂੰ ਦਾਖਲਾ ਮਿਲਿਆ। बस बहुत प्राउड फील कराया राधिका ने, अपनी कॉन्फिडेंस नाल उन्हें स्टडी की, बहुत अच्छा लग्या सानू, सारी फैमिली नू इहदे ते नाज है। राधिका ने बहुत हिम्मत दिखाई, माता रानी ऐसे ही उसकी हिम्मत आगे बढ़ाती रहे, उसने बहुत बड़ा काम किया है। इतनी बीमारी के बाद इतना हौसला रखना, इतनी हिम्मत दिखाना, ये हर कोई नहीं कर सकता, पर सबको हिम्मत इसी तरह दिखानी चाहिए, उसी से प्रेरणा लेनी चाहिए। वो उसका सपना अब पूरा हो रहा है, उसने इतनी मेहनत करनी है आगे भी। वो चाहती थी, शुरू से उसका सपना था कि मैं अपने पिता का नाम अपने नाम के साथ लगाऊं। वो चाहती थी कि मेरे नाम के आगे साथ मेरे पिता का नाम लगे, डॉक्टर राधिका अमित नरूला। अब वो सपना उसका पूरा होगा, और वो बचपन से उसका यही था सपना कि मैं डॉक्टर बनूं। उसके माता पिता बताते थे कि वो बचपन में कोई और खिलौने की बजाय वो डॉक्टर सेट ही लेती थी। वो उसको यही पसंद था, उसका बचपन से सपना था कि मैं डॉक्टर बनूं। उसकी दादी को भी बहुत शौक था। वो दादी, जब भी मेरी दीदी हैं, उसकी जो दादी मेरी सिस्टर इन लॉ है, तो वो आती थी, जब भी उन्होंने उसी की बातें करनी, उन्होंने कहना राधिका बिना ट्यूशन के अपने आप सेल्फ स्टडी करती है। तो माता रानी ने उसकी सुनी, इतने बड़े कष्ट, इतना बड़ा उसको कष्ट मिला, घर में इतना कष्ट आया, उसकी दादी की डेथ हो गई, सब हुआ, इतने 1.5 साल से इतना बड़ा कष्ट आया, तो सब माता रानी ने बहुत आशीर्वाद दिया उसको। ये राधिका ने जो हम सबके सामने एक एग्जाम्पल सेट किया है, ये सिर्फ पढ़ाई के में एप्लीकेबल नहीं होता, ये एक लाइफ लेसन है कि हम जो भी ठान लें
हम वो पूरा कर सकते हैं अगर हम पूरा तन मन और धन लगा दें। इससे यही साबित होता है कि नथिंग इज इम्पॉसिबल एंड हर मैदान फतेह। कहा जाता है कि अगर मनुष्य या व्यक्ति कुछ ठान ले तो प्रकृति भी उसकी सहायता करने के लिए बाध्य होती है। भगवान उसकी सहायता करते हैं जो अपनी सहायता खुद करता है। ऐसे ही हमारी खोसला परिवार की नातिन राधिका नरूला ने ना केवल नरूला परिवार का बल्कि खोसला परिवार का और बख्शी परिवार का नाम रोशन किया है। वह जिस भयावह दौर से गुजरी है उसे सोचते हुए भी एकदम हमारी रूह कांप उठती है। मतलब जिस ट्रॉमा से वो गुजरी है, मगर उसने अपनी इस तकलीफ को, अपनी इस हेल्थ हैजर्ड को बहुत पॉजिटिवली लिया, सकारात्मक रूप में लिया। जब केवल 100 दिन बचे थे नीट के एग्ज़ाम के लिए, उसने ठान लिया कि अब तो मैं डॉक्टर बन के ही दिखाना है। और कोरोना का भी भयावह दौर चल रहा था, किडनी पेशेंट्स के लिए बहुत ज़्यादा दिक्कतें थी। उसके बावजूद उसने दिन रात एक किया, अथक परिश्रम किया और अपने दम पर जो स्टडी मटेरियल उसके पास था, बिना किसी कोचिंग के, ऑनलाइन वीडियोस देख के, दिन रात एक करके उसने शानदार सफलता हासिल की। यह सफलता उन लोगों के लिए सबक है जो सोचते हैं कि सिर्फ लड़के ही कुल को आगे लेके जाते हैं, लड़के ही परिवार का नाम रोशन करते हैं। राधिका ने अपनी सफलता के दम पर पूरे नरूला परिवार का और पूरे खोसला परिवार का नाम रोशन किया है और उसके लिए हम कामना करते हैं कि उसका भविष्य उज्जवल हो और वह दिन रात इसी तरह मेहनत करके आगे आए और डॉक्टर बनकर अपने समाज की और अपने देश की सेवा करे। हमारी बड़ी बहन सरोज नरूला का भी अकस्मातक निधन इसी साल मार्च में हो गया था। मैं समझता हूँ उसकी यह सफलता अपनी दादी के प्रति श्रद्धा सुमन है और उन्हीं के आशीर्वाद से वह यह सफलता हासिल कर पाई है। धन्यवाद।